ਪਿਆਰ ਪਿੱਛੇ ਨੌਜਵਾਨ ਖੁਦਕੁਸ਼ੀ ਕਰਨ ਨੂੰ ਵੀ ਤਿਆਰ ਸੀ। ਘਰਦਿਆਂ ਨੇ ਢੇਰ ਮਜਬੂਰ ਕੀਤਾ ਕਿ ਪੁੱਤਰ ਬਾਹਰੋਂ ਰਿਸ਼ਤਾ ਆਇਆ, ਤੂੰ ਸ਼ਾਦੀ ਕਰਕੇ ਬਾਹਰ ਦੇ ਮੁਲਕ ਟੁਰ ਜਾ। ਚਲੋ ਸਾਡੇ ਘਰ ਦੇ ਹਾਲਾਤ ਵੀ ਬਿਹਤਰ ਹੋ ਜਾਣਗੇ, ਅਸਾਂ ਬੜਾ ਤੇਰੇ ਤੇ ਪੈਸਾ ਲਾਇਆ, ਦੇਖ ਅਸੀਂ ਕਿਤਨੇ ਗਰੀਬ ਹਾਂ, ਫੇਰ ਵੀ ਤੇਰੀਆਂ ਫੀਸਾਂ ਅਦਾ ਕਰਦੇ ਰਹੇ ਹਾਂ। ਉਹਨੇ ਆਖਿਆ ਜੀ ਮੈਂ ਸ਼ਾਦੀ ਉਸੇ ਕੁੜੀ ਨਾਲ ਕਰਾਂਗਾ ਜਿਹੜੀ ਯੂਨੀਵਰਸਿਟੀ ਮੇਰੇ ਨਾਲ ਪੜ੍ਹਦੀ ਹੈ, ਜੇ ਤੁਸੀਂ ਜ਼ਿਆਦਾ ਮਜਬੂਰ ਕੀਤਾ ਤੇ ਮੈਂ ਖੁਦਕੁਸ਼ੀ ਕਰਕੇ ਤੇ ਮਰ ਜਾਵਾਂਗਾ। ਘਰ ਦੇ ਪਰੇਸ਼ਾਨ ਹੋ ਗਏ, ਉਹਨਾਂ ਕਿ ਕਿਰੇ ਸੱਚੀ ਮੁੱਚੀ ਖੁਦਕੁਸ਼ੀ ਕਰਕੇ ਮਾਰ ਹੀ ਨਾ ਜਾਏ। ਉਹਨਾਂ ਕਿਹਾ ਪੁੱਤਰ ਦੇ ਉਸ ਕੁੜੀ ਦਾ ਐਡਰੈਸ ਜਾ ਕਿ ਅਸੀਂ ਉਹਨਾਂ ਨਾਲ ਗੱਲ ਕਰੀਏ। ਪਿਓ ਦਾ ਜ਼ਰਾ ਸਿਆਣਾ ਸੀ, ਉਹਨੇ ਜਿਸ ਵੇਲੇ ਐਡਰੈਸ ਦਿੱਤਾ ਤੇ ਮੁੰਡਾ ਬੜਾ ਖੁਸ਼ ਹੋਇਆ। ਕੁੜੀ ਨੂੰ ਆਖਦਾ ਕਿ ਮੇਰੇ ਘਰ ਦੇ ਤੇਰੇ ਘਰ ਰਿਸ਼ਤਾ ਲੈਣ ਵਾਸਤੇ ਆ ਰਹੇ ਨੇ। ਜਿਸ ਵੇਲੇ ਪਿਓ ਉੱਥੇ ਗਿਆ, ਉਹਨੇ ਆਖਿਆ ਗੱਲ ਸੁਣੋ ਜੀ, ਮੈਂ ਤੁਹਾਡੇ ਘਰੋਂ ਕੋਈ ਰਿਸ਼ਤਾ ਲੈਣ ਨਹੀਂ ਆਇਆ, ਮੈਂ ਸਿਰਫ ਇੱਕ ਗੱਲ ਕਰਨ ਆਇਆ। ਉਹਨਾਂ ਕਿਹਾ ਕੀ ਗੱਲ ਕਰਨ ਆਏ? ਉਹਨਾਂ ਕਿਹਾ ਗੱਲ ਸੁਣੋ, ਸਾਡੇ ਮੁੰਡੇ ਵਾਸਤੇ ਬਾਹਰੋਂ ਰਿਸ਼ਤਾ ਆਇਆ, ਸਾਡਾ ਦਿਲ ਕਰਦਾ ਕਿ ਮੁੰਡਾ ਸ਼ਾਦੀ ਕਰਕੇ ਤੇ ਬਾਹਰ ਦੇ ਮੁਲਕ ਟੁਰ ਜੇ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਚਲੋ ਬੇਸ਼ੱਕ ਬਾਅਦ ਚ ਆ ਕੇ ਮੁੰਡਾ ਤੇ ਤੁਹਾਡੀ ਕੁੜੀ ਨਾਲ ਸ਼ਾਦੀ ਕਰ ਲੈ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕੁੜੀ ਵਾਲੇ ਆਖਿਆ ਕਿ ਕਿਸ ਤਰ੍ਹਾਂ ਹੋ ਸਕਦਾ ਹੈ, ਜਿਸ ਵੇਲੇ ਮੁੰਡਾ ਸ਼ਾਦੀ ਕਰਕੇ ਬਾਹਰ ਦੇ ਮੁਲਕ ਟੁਰ ਜਾਏਗਾ ਫਿਰ ਉਹਨੇ ਕਿਸ ਤਰ੍ਹਾਂ ਦੂਸਰੀ ਸ਼ਾਦੀ ਕਰਨੀ ਹੈ? ਬਾਹਰ ਦੇ ਮੁਲਕ ਤੇ ਤੁਸੀਂ ਦੂਸਰੀ ਸ਼ਾਦੀ ਕਰਕੇ ਕੁੜੀ ਲੈ ਕੇ ਜਾ ਹੀ ਨਹੀਂ ਸਕਦੇ। ਉਹਨੇ ਆਖਿਆ ਨਹੀਂ, ਇਹ ਦੂਸਰੇ ਮੁਲਕ ਜਾ ਕੇ ਸ਼ਾਦੀ ਕਰਕੇ ਖੜ ਸਕਦਾ ਹੈ, ਇਸ ਵਾਸਤੇ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ। ਮੁੰਡੇ ਦੇ ਪਿਓ ਨੇ ਉਹਨਾਂ ਨੂੰ ਢੇਰ ਹੌਸਲਾ ਦਿੱਤਾ। ਉਹਨੇ ਸਮਝਾਇਆ ਕਿ ਇਸ ਤਰ੍ਹਾਂ ਜਿਹੜਾ ਅਸੀਂ ਵੀ ਗਰੀਬ ਰਹਿ ਜਾਾਂਗੇ, ਤੁਸੀਂ ਵੀ ਗਰੀਬ ਰਹਿ ਜਾਓਗੇ, ਇਸ ਵਾਸਤੇ ਮੇਰੀ ਗੱਲ ਨੂੰ ਤੁਸੀਂ ਮੰਨੋ। ਉਹਨਾਂ ਨੇ ਬੜਾ ਸੋਚਿਆ, ਉਹਨਾਂ ਆਖਿਆ ਜੀ ਠੀਕ ਹੈ, ਸਾਨੂੰ ਮਨਜ਼ੂਰ ਹੈ ਭਾਈ ਜੀ, ਅਸੀਂ ਤੁਹਾਡੀ ਗੱਲ ਤੇ ਜਿਹੜਾ ਇਤਬਾਰ ਕਰਨੇ ਆ। ਉਹਨਾਂ ਮੁੰਡੇ ਨਾਲ ਵੀ ਗੱਲ ਕੀਤੀ ਤੇ ਕੁੜੀ ਨਾਲ ਵੀ ਗੱਲ ਕੀਤੀ ਤੇ ਕੁੜੀ ਵੀ ਰਾਜ਼ੀ ਹੋ ਗਈ ਤੇ ਮੁੰਡਾ ਵੀ ਰਾਜ਼ੀ ਹੋ ਗਿਆ। ਪਹਿਲਾਂ ਮੁੰਡਾ ਰਾਜ਼ੀ ਹੋਣ ਨੂੰ ਤਿਆਰ ਨਹੀਂ ਸੀ, ਪਿਓ ਜਰਾ ਸਿਆਣਾ ਨਿਕਲਿਆ। ਉਸ ਵੇਲੇ ਬਾਹਰੋਂ ਰਿਸ਼ਤਾ ਆਇਆ ਸੀ, ਉਹਨਾਂ ਨਾਲ ਗੱਲਬਾਤ ਕੀਤੀ, ਉਹ ਬੜੇ ਖੁਸ਼ ਹੈ। ਮੁੰਡਾ ਬੜਾ ਸੋਹਣਾ ਸੀ, ਪੜ੍ਹਿਆ ਲਿਖਿਆ ਸੀ, ਉਹਨਾਂ ਆਪਣੀ ਕੁੜੀ ਦੀ ਸ਼ਾਦੀ ਕਰ ਦਿੱਤੀ। ਮੁੰਡਾ ਜਿਹੜਾ ਬਾਹਰ ਦੇ ਮੁਲਕ ਟੁਰ ਗਿਆ। ਜਿਸ ਵੇਲੇ ਉੱਥੇ ਬਾਹਰ ਦੇ ਮੁਲਕ ਟੁਰ ਗਿਆ, ਉੱਥੇ ਜਾ ਕੇ ਆਪਣੇ ਪਿਆਰ ਨੂੰ ਭੁੱਲ ਨਹੀਂ ਸੀ ਸਕਦਾ, ਉਹਦੇ ਨਾਲ ਹਮੇਸ਼ਾ ਰਾਬਤੇ 'ਚ ਰਹਿੰਦਾ ਸੀ। ਉਹਦਾ ਦਿਲ ਇਹ ਹੀ ਕਰਦਾ ਸੀ ਕਿ ਕਿਸੇ ਤਰੀਕੇ ਨਾਲ ਮੈਂ ਉਹਨੂੰ ਆਪਣੇ ਕੋਲ ਮੰਗਾ ਲਾਂ। ਜਨਾਨੀ ਨੇ 2-4 ਵਾਰੀ ਆਖਿਆ ਕਿ ਤੁਸੀਂ ਚੋਰੀ ਛੁਪੇ ਜਾ ਕੇ ਫੋਨ ਸ਼ੂਨ ਕਰਦੇ ਰਹਿੰਦੇ ਹੋ, ਅੱਗੇ ਪਿੱਛੇ ਕਿਹਨੂੰ ਕਰਦੇ ਹੋ? ਲੇਕਿਨ ਉਹ ਜਿਹੜਾ ਦੱਸਦਾ ਕੋਈ ਨਹੀਂ ਸੀ। ਉਹ ਇਹ ਕੋਸ਼ਿਸ਼ ਵਿੱਚ ਆਇਆ ਕਿ ਕਿਸੇ ਦੂਸਰੇ ਮੁਲਕ ਜਿਹੜਾ ਮੈਨੂੰ ਕੋਈ ਆਪਣਾ ਤਲਕ ਵਾਲਾ ਬੰਦਾ ਲੱਭੇ ਤੇ ਮੈਂ ਉਹਦੇ ਨਾਲ ਗੱਲਬਾਤ ਕਰਕੇ ਤੇ ਉੱਥੇ ਜਾਵਾਂ ਤੇ ਆਪਣੀ ਜਿਹੜੀ ਉਹ ਉੱਥੇ ਮਸ਼ੂਕ ਹੈ ਉਹਨੂੰ ਮੈਂ ਲੈ ਕੇ ਆਵਾਂ ਬਾਹਰ। ਉਹ ਢੂੰਡਦਾ ਰਿਹਾ, ਆਖਰਕਾਰ ਉਹਨੂੰ ਇੱਕ ਆਪਣਾ ਦੋਸਤ ਪੁਰਾਣਾ ਜਿਹੜਾ ਉਹ ਮਿਲ ਗਿਆ ਨਾਲ ਵਾਲੇ ਮੁਲਕ 'ਚ। ਉਹਦੇ ਨਾਲ ਗੱਲਬਾਤ ਕੀਤੀ, ਉਹਨੇ ਕਿਹਾ ਬਾਬਾ ਮਸਲਾ ਹੀ ਕੋਈ ਨਹੀਂ, ਤੂੰ ਇੱਥੇ ਆ ਜਾ, ਆ ਕੇ ਤੂੰ ਸੈੱਟ ਹੋ, ਉਸ ਤੋਂ ਬਾਅਦ ਤੂੰ ਆਪਣਾ ਥੋੜਾ ਬਹੁਤ ਟੈਕਸ ਦੇ ਤੇ ਤੂੰ ਉਹਨੂੰ ਉੱਥੇ ਬੁਲਾ ਸਕਨੇ। ਉਹ ਜਨਾਬ ਉੱਥੇ ਗਿਆ, ਜਨਾਨੀ ਨੂੰ ਕਹਿੰਦਾ ਕਿ ਮੈਂ ਦੂਸਰੇ ਮੁਲਕ ਜਾਣਾ, ਉੱਥੇ ਜਾ ਕੇ ਇਸ ਤਰ੍ਹਾਂ ਜਿਹੜਾ ਮੈਂ ਆਪਣੇ ਯਾਰ ਦੋਸਤ ਨੂੰ ਮਿਲ ਕੇ ਆਉਣਾ। ਠੀਕ ਹੈ ਤੁਸੀਂ ਲਗੇ ਜੋ, ਮੈਨੂੰ ਕੋਈ ਇਤਰਾਜ਼ ਨਹੀਂ। ਉਹ ਜਿਸਲੇ ਉੱਥੇ ਗਿਆ, ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾਏ ਸੂ, ਨਾਲ ਉੱਥੇ ਟੈਕਸ ਦੇਣਾ ਸ਼ੁਰੂ ਕਰ ਦਿੱਤੀ ਸੂ। ਪਾਕਿਸਤਾਨ ਗਿਆ, ਕਲਮ ਕੱਲਾ ਜਾ ਕੇ ਉੱਥੇ ਮਿਲ ਗਿਲ ਕੇ ਉਹਨੂੰ ਆਇਆ, ਲੇਕਿਨ ਨਿਕਾਹ ਉਹਨੇ ਕੋਨਾ ਕੀਤਾ। ਜਿਸਲੇ ਵਾਪਸ ਆ ਗਿਆ, ਉਹਨੇ ਕਿਹਾ ਇੱਕ ਵਾਰ ਤੂੰ ਬਾਹਰ ਦੇ ਮੁਲਕ ਆ ਜਾ ਤੇ ਫਿਰ ਆਪੇ ਜਿਹੜਾ ਇੱਥੇ ਆ ਕੇ ਅਸੀਂ ਸ਼ਾਦੀ ਕਰ ਲਾਂਗੇ। ਉਹਨੇ ਆਖਿਆ ਜੀ ਠੀਕ ਹੈ। ਜਿਸਲੇ ਜਨਾਬ ਉੱਥੇ ਆ ਮੁੰਡੇ ਨੂੰ ਕਹਿੰਦਾ ਕਿ ਯਾਰ ਹੁਣ ਵੀਜ਼ਾ ਅਪਲਾਈ ਕਰਨ, ਉਹਨੇ ਕਿਹਾ ਤੂੰ ਇਹਦਾ ਸੈਰ ਦਾ ਵੀਜ਼ਾ ਅਪਲਾਈ ਕਰ, ਇਹ ਫਟੋਫਟ ਵੀਜ਼ਾ ਇੱਥੇ ਲੱਗ ਜਾਂਦਾ ਹੈ। ਉਹਨੇ ਜਿਸਲੇ ਸੈਰ ਦਾ ਵੀਜ਼ਾ ਅਪਲਾਈ ਕੀਤਾ ਤੇ ਵਾਕਈ ਉਹਦਾ ਵੀਜ਼ਾ ਜਿਹੜਾ ਉਹ ਲੱਗ ਗਿਆ। ਆਪੂ ਜਿਹੜਾ ਉਸ ਮੁਲਕ 'ਚ ਆ ਗਿਆ ਸੀ ਜਿੱਥੇ ਜਨਾਨੀ ਹੈ ਸੀ, ਉੱਥੋਂ ਆਪਣੇ ਯਾਰ ਨਾਲ ਰਾਬਤੇ 'ਚ ਹੈ। ਉਹ ਆਂਦਾ ਯਾਰ ਇਹ ਦੱਸ ਉਹਦਾ ਵੀਜ਼ਾ ਤੇ ਲੱਗ ਗਿਆ, ਉਹਨੂੰ ਇਸ ਤਰ੍ਹਾਂ ਕਿੱਥੇ ਲੈ ਕੇ ਆਵਾਂ, ਕਿੱਥੇ ਉਹਨੂੰ ਰੱਖਾਂ? ਉਹਨੇ ਕਿਹਾ ਗੱਲ ਸੁਣ, ਇਤਨੇ ਪੈਸੇ ਲੱਗਦੇ ਨੇ ਤੇ ਇੱਥੇ ਮਕਾਨ ਲੱਭ ਜਾਂਦਾ ਤੇ ਤੂੰ ਉਹਨੂੰ ਇੱਥੇ ਛੱਡ ਦੇ ਤੇ ਆਪੂ ਚੱਕਰ ਲਾਂਦਾ ਰਵੀਂ ਕਰੀ, ਮੈਂ ਵੀ ਤੇ ਇੱਥੇ ਮੌਜੂਦ ਹੈ ਵਾਂ। ਕਹਿੰਦਾ ਗੱਲ ਤੇ ਯਾਰ ਤੇਰੀ ਬਿਲਕੁਲ ਠੀਕ ਹੈ। ਉਹਨੇ ਜਨਾਬ ਨੂੰ ਪੈਸੇ ਟੋਰੇ, ਉਹਨੇ ਕਿਹਾ ਤੂੰ ਕੋ ਮਕਾਨ ਤੱਕ, ਉਹਨੇ ਇੱਕ ਮਕਾਨ ਤੱਕਿਆ। ਉਹਨੇ ਕਿਹਾ ਜੀ ਇਤਨਾ ਉਹਦਾ ਕਿਰਾਇਆ ਤੇ ਇਤਨੇ ਉਹਦੇ ਡਿਪੋਜ਼ਿਟ ਦੇਣੇ। ਉਹਨੇ ਕਿਹਾ ਜੀ ਠੀਕ ਹੈ, ਬਿਲਕੁਲ ਕੋਈ ਮਸਲਾ ਮਸੈਲ ਹੀ ਨਹੀਂ। ਉਹ ਜਨਾਬ ਇੰਜ ਹੋਇਆ ਕਿ ਉਹਨੇ ਪੈਸੇ ਤੇ ਮਕਾਨ ਲੈ ਲਿਆ। ਜਿਸਲੇ ਉਹ ਪਹੁੰਚੀ ਤੇ ਆਪੂ ਉੱਥੇ ਕੋਨਾ ਗਿਆ, ਯਾਰ ਨੂੰ ਆਖਿਆ ਕਿ ਲੈ ਕੇ ਉਹਨੂੰ ਛੱਡ ਦੇ ਤੇ ਉਹਨੂੰ ਸਾਰਾ ਸੌਦਾ ਸ਼ੋਦਾ ਜਿਹੜਾ ਨਾ ਉਹ ਘਰ ਉਹਨੂੰ ਸੱਟ ਦੇ। ਉਹਨੇ ਐਸੇ ਤਰ੍ਹਾਂ ਕੀਤਾ, ਉਹਨੂੰ ਲਿਆ ਕੇ ਨਾਲ ਵੀਡੀਓ ਕਾਲ ਕੀਤੀ। ਉਹਨੇ ਦੱਸਿਆ ਬਾਬਾ ਸਾਰਾ ਸੌਦਾ ਇਹਨੂੰ ਲਿਆ ਦਿੱਤਾ, ਇਹ ਫਲੈਟ ਹੈ। ਉਹ ਬੜਾ ਖੁਸ਼, ਉਹਨੇ ਕਿਹਾ ਯਾਰ ਤੂੰ ਮੇਰਾ ਜਿਹੜਾ ਬੜਾ ਅਹਿਸਾਨ ਕੀਤਾ, ਮੈਂ ਇਹਦੇ ਬਗੈਰ ਰਹਿ ਨਹੀਂ ਸੀ ਸਕਦਾ। ਖੈਰ ਉਹ ਜਿਹੜਾ ਮੁੰਡਾ ਹੈ ਨਾ, ਉੱਥੇ ਜਿਹੜਾ ਉਹਦਾ ਯਾਰ ਆਇਆ, ਉਹ ਕੁੜੀ ਦੇ ਘਰ ਆਉਂਦਾ ਜਾਂਦਾ ਸੀ। ਇਹ ਜਿਸਲੇ ਉਹਨੂੰ ਮਿਲਣ ਵਾਸਤੇ ਬੜਾ ਬੇਚੈਨ ਸੀ, ਜਾ ਕੇ ਆਪਣੀ ਮਸ਼ੂਕ ਨੂੰ ਮਿਲਾਂ। ਉਹ ਜਿਸਲੇ ਉੱਥੇ ਮਿਲਣ ਵਾਸਤੇ ਆਇਆ ਤੇ ਕੁੜੀ ਕੋਲ ਗਿਆ ਤੇ ਕੁੜੀ ਨੇ ਅੱਗੋਂ ਆਖਿਆ ਕਿ ਅਸੀਂ ਇੱਕ ਦੂਜੇ ਨਾਲ ਮਿਲ ਨਹੀਂ ਸਕਦੇ, ਮੈਂ ਬਿਮਾਰ ਹਾਂ। ਉਹ ਜਿਸਲੇ ਉਹਨੇ ਇਹ ਆਖਿਆ, ਉਹਨੇ ਕਿਹਾ ਮੈਂ ਤੇ ਇਤਨਾ ਬੇਚੈਨ ਹੋ ਕੇ ਆਇਆ, ਤੂੰ ਮੈਨੂੰ ਦੱਸਣਾ ਸੀ, ਮੈਂ ਸੀਟ ਅੱਗੇ ਕਰਾ ਲੈਣਾ। ਉਹਨੇ ਕਿਹਾ ਮੈਂ ਕੀ ਕਰਾਂ, ਤੂੰ ਮੇਰੇ ਕੋਲ ਪੁੱਛਿਆ ਨਹੀਂ ਹੈ। ਪਰ ਉਹ ਚੁੱਪ ਕਰ ਗਿਆ, ਉੱਥੋਂ ਰਹਿ ਕੇ ਤੇ ਫਿਰ ਵਾਪਸ ਆਪਣੀ ਜਨਾਨੀ ਕੋਲ ਆ ਗਿਆ। ਪਿੱਛੋਂ ਜਿਹੜਾ ਉਹਦਾ ਯਾਰ ਸੀ ਉਹ ਉਹਦੇ ਘਰ ਜਾਂਦਾ ਰਹਿੰਦਾ ਸੀ ਤੇ ਕੁੜੀ ਜਿਹੜੀ ਹੈ ਉਹਦੇ ਨਾਲ ਸੈੱਟ ਹੋ ਗਈ ਸੀ ਤੇ ਇਹਦੇ ਨਾਲ ਗੱਲਬਾਤ ਕੋਈ ਨਹੀਂ ਸੀ ਕਰਦੀ। ਜਿਸਲੇ ਫੋਨ ਹੁਣ ਕਰਦਾ ਸੀ ਉਹ ਫੋਨ ਕੋਈ ਨਹੀਂ ਸੀ ਚੁੱਕਦੀ। ਖੈਰ ਕਰਦੇ ਕਰਾਏ ਇਹਦੇ ਕੋਲੋਂ ਢੇਰ ਪੈਸੇ ਉਹਦਾ ਯਾਰ ਮੰਗਾਂਦਾ ਰਿਹਾ। ਅੱਗੋਂ ਜਿਹੜੀ ਮਸ਼ੂਕ ਹੈ ਉਹ ਵੀ ਪੈਸੇ ਮੰਗਾਂਦੀ ਰਹੀ। ਉਹ ਜਿਸਲੇ ਪੈਸੇ ਢੇਰ ਸਾਰੇ ਉੱਥੇ ਮੰਗਾ ਲਏ, ਇਸ ਤੋਂ ਬਾਅਦ ਇਹ ਆਇਆ, ਕਹਿੰਦਾ ਮੈਂ ਆਉਣ ਲੱਗਾ, ਆ ਕੇ ਤੇਰੇ ਨਾਲ ਨਿਕਾਹ ਕਰਨ ਲੱਗਾ। ਉਹ ਜਿਸਲੇ ਉੱਥੇ ਪਹੁੰਚਿਆ ਤੇ ਅੱਗੋਂ ਉਸ ਫਲੈਟ 'ਚ ਆਈ ਕੋਈ
ਨਹੀਂ ਸੀ, ਅੱਗੋਂ ਫੋਨ ਹੀ ਕੋਈ ਨਹੀਂ ਸੀ ਚੁੱਕਦੀ ਪਈ। ਉਹਨੇ ਆਖਿਆ ਗਈ ਕਿੱਧਰ ਹੈ? ਉਹਨੇ ਆਪਣੇ ਯਾਰ ਨੂੰ ਫੋਨ, ਉਹਨੇ ਆਖਿਆ ਯਾਰ ਮੈਨੂੰ ਤਾਂ ਨਹੀਂ ਪਤਾ, ਉਹ ਤੇ ਫਲੈਟ ਵਿੱਚ ਹੀ ਹੋਣੀ ਹੈ। ਉਹ ਜਾ ਕੇ ਬੈਲਾਂ ਮਾਰਦੇ ਰਹੇ, ਲੇਕਿਨ ਉਹਨੇ ਦਰਵਾਜ਼ਾ ਕੋ ਨਾ ਖੋਲਿਆ। ਬੜਾ ਪਰੇਸ਼ਾਨ ਹੋਇਆ, ਉਹਨੇ ਬਿਲਡਿੰਗ ਦਾ ਦਰਵਾਜ਼ਾ ਖੋਲ ਕੇ ਤੇ ਜਾ ਕੇ ਉਤਲੇ ਦਰਵਾਜ਼ੇ ਨੂੰ ਲੌਕ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਫੇਰ ਵੀ ਜਿਹੜਾ ਉੱਥੇ ਕਿਸੇ ਨੇ ਦਰਵਾਜ਼ਾ ਕੋ ਨਾ ਖੋਲਿਆ। ਅੱਗੋਂ ਪਰੇਸ਼ਾਨ ਹੋ ਗਿਆ, ਅੱਗੋਂ ਪਿੱਛੋਂ ਪਤਾ ਕੀਤਾ। ਉਹਨੇ ਆਖਿਆ ਜੀ ਉਹ ਤੇ ਕਿਸੇ ਹੋਰ ਨਾਲ ਜਾਂਦੀ ਦੇਖੀ ਆ ਅਸਾਂ, ਕਿਸੇ ਲੜਕੇ ਨਾਲ। ਉਹ ਜਨਾਬ ਗੁਆਂਢੀਆਂ ਨੇ ਜਿਸ ਵੇਲੇ ਦੱਸਿਆ ਉਹ ਪਰੇਸ਼ਾਨ ਹੋ ਗਏ। ਉਹਨੇ ਕਿਹਾ ਕਿਹੜਾ ਮੁੰਡਾ ਹੋ ਸਕਦਾ, ਲੇਕਿਨ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਆਪਣਾ ਯਾਰ ਜਿਹੜਾ ਹੈ ਉਹਦੇ ਨਾਲ ਜਾਂਦਾ ਰਿਹਾ ਹੈ ਤੇ ਇਸ ਤਰ੍ਹਾਂ ਕਰਕੇ ਉਹ ਉਹਦੇ ਨਾਲ ਸੈੱਟ ਹੋ ਗਈ ਹੈ। ਪਰ ਉਹ ਕਹਿੰਦਾ ਯਾਰ ਇਹ ਤੇ ਬੜਾ ਮਸਲਾ ਬਣ ਗਿਆ, ਬੜੀ ਪਰੇਸ਼ਾਨੀ ਬਣ ਗਈ ਹੈ, ਮੈਂ ਤਾਂ ਉਹਨੂੰ ਬੜੀ ਮੁਸ਼ਕਿਲ ਨਾਲ ਇੱਥੇ ਮੰਗਾਇਆ, ਇਤਨਾ ਮੈਂ ਪੈਸਾ ਲਾਇਆ, ਮੈਂ ਤੇ ਉਹਦੇ ਨਾਲ ਪਿਆਰ ਕਰਦਾ ਸਾਂ। ਉਹਨੇ ਆਖਿਆ ਠੀਕ ਹੈ ਤੂੰ ਪਿਆਰ ਕਰਦਾ ਹੈ, ਲੇਕਿਨ ਹੁਣ ਉਹ ਪਤਾ ਨਹੀਂ ਕਿੱਧਰ ਗਈ ਆ, ਆਉਂਦੀ ਹੈ ਤੇ ਫੇਰ ਹੀ ਪਤਾ ਲੱਗੇਗਾ। ਉਹ ਬੜਾ ਬੇਚੈਨ ਹੋ ਕੇ ਵਿਚਾਰਾ ਫੇਰ ਉਸੇ ਤਰ੍ਹਾਂ ਨਾਕਾਮ ਵਾਪਸ ਆ ਗਿਆ। ਯਾਰ ਜਿਹੜਾ ਉਹ ਪੈਸੇ ਉਹਨੂੰ ਆਖਿਆ ਯਾਰ ਟੋਰ ਥੋੜੇ ਹੋਰ ਇੰਝ ਕਰ, ਉਹ ਪੈਸੇ ਸ਼ੈਸੇ ਉਹਦੇ ਕੋਲ ਲੈਂਦਾ ਰਿਹਾ। ਫੇਰ ਉਸ ਕੁੜੀ ਨਾਲ ਰਾਬਤਾ ਆਇਆ, ਉਹਨੇ ਆਖਿਆ ਜੀ ਇਸ ਤਰ੍ਹਾਂ ਮੈਨੂੰ ਮਸਲਾ ਬਣ ਗਿਆ ਸੀ, ਮੇਰਾ ਫੋਨ ਗੁੰਮ ਗਿਆ ਸੀ, ਮੈਂ ਫਲਾਣੀ ਜਗ੍ਹਾ ਤੇ ਗਈ ਸਾਂ, ਮੈਂ ਅੱਗੋਂ ਰਾਹ ਭੁੱਲ ਗਈ ਸਾਂ। ਖੈਰ ਉਹਨੇ ਢੇਰ ਉਹਨੂੰ ਬੋਚਰ ਲਾਏ, ਉਹ ਮੁੰਡਾ ਫੇਰ ਉਹਦੀਆਂ ਗੱਲਾਂ 'ਚ ਆ ਗਿਆ। ਉਸ ਤੋਂ ਬਾਅਦ ਉਹਨੂੰ ਪਤਾ ਕੋ ਨਾ ਲੱਗਾ, ਜਿਹੜਾ ਯਾਰ ਆਇਆ ਉੱਥੇ ਉਹਨੇ ਉਹਦੇ ਨਾਲ ਨਿਕਾਹ ਕਰ ਲਿਆ। ਉਹ ਜਿਸਲੇ ਪੈਸੇ ਸ਼ੈਸੇ ਸਾਰੇ ਲੈ ਰਹੇ ਤੇ ਫਿਰ ਉਸ ਯਾਰ ਨੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੈਂ ਇਹਦੇ ਨਾਲ ਨਿਕਾਹ ਕਰ ਲਿਆ। ਉਹਨੇ ਆਖਿਆ ਤੂੰ ਇਹਦੇ ਨਾਲ ਨਿਕਾਹ ਕਿਸ ਤਰ੍ਹਾਂ ਕਰ ਲਿਆ, ਇਹ ਤੇ ਮੇਰੀ ਮਸ਼ੂਕ ਹੈ, ਮੈਂ ਇਹਨੂੰ ਬਾਹਰ ਮੰਗਾਇਆ। ਉਹਨੇ ਆਖਿਆ ਲੈ ਇਹਦੇ ਨਾਲ ਗੱਲ ਕਰ ਲੈ। ਉਹਨੇ ਆਖਿਆ ਜੀ ਬਿਲਕੁਲ ਮੈਂ ਹੁਣ ਇਹਦੇ ਨਾਲ ਰਹਿਣਾ, ਮੈਂ ਤੇਰੇ ਨਾਲ ਕੋਈ ਰਾਬਤਾ ਨਹੀਂ ਰੱਖਣਾ ਚਾਹੁੰਦੀ, ਇਸ ਵਾਸਤੇ ਤੂੰ ਦੁਬਾਰਾ ਮੇਰੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਨਾ ਕਰੀ। ਉਹ ਬੜਾ ਪਰੇਸ਼ਾਨ, ਉਹਨੇ ਆਖਿਆ ਯਾਰ ਚੰਗੀ ਮੈਂ ਮਸ਼ੂਕੀ ਕੀਤੀ ਹੈ, ਜਿਹੜਾ ਸਾਰਾ ਪੈਸਾ ਵੀ ਮੈਂ ਆਪਣਾ ਲਾ ਦਿੱਤਾ, ਇਹਨੂੰ ਬਾਹਰ ਮੰਗਾਇਆ, ਇਤਨਾ ਖਰਚਾ ਕਰਕੇ ਇੱਥੇ ਆ ਕੇ ਉਹ ਕਿਸੇ ਹੋਰ ਨਾਲ ਲੱਗ ਗਈ ਹੈ। ਮੈਨੂੰ ਤੇ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਪਿਆਰ ਹੁੰਦਾ ਹੈ। ਜ਼ਾਹਰੀ ਗੱਲ ਹੈ ਮਾਂ-ਬਾਪ ਦਾ ਫੈਸਲਾ ਠੀਕ ਨਿਕਲਿਆ, ਲੇਕਿਨ ਕੁੜੀ ਜਿਹੜੀ ਆ ਉਹ ਬੇਵਫਾ ਨਿਕਲੀ। ਉਹਦੇ ਤੇ ਇਤਨਾ ਪੈਸਾ ਲਾਉਣ ਤੋਂ ਬਾਅਦ ਵੀ ਉਹ ਕੁੜੀ ਇਹਦੀ ਨਹੀਂ ਹੋ ਸਕੀ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ, ਮਾਂ-ਬਾਪ ਦੀ ਗੱਲ ਸੁਣਿਆ ਕਰੋ, ਆਪਣੇ ਚੱਕਰਾਂ 'ਚ ਨਾ ਰਵਿਆ ਕਰੋ। ਜਿਹਦੇ ਤੁਸੀਂ ਇਤਬਾਰ ਕਰਦੇ ਹੋ ਉਹ ਹੀ ਤੁਹਾਨੂੰ ਧੋਖਾ ਦਿੰਦਾ ਹੈ, ਤੇ ਧੋਖਾ ਜਿਹੜਾ ਤੁਹਾਨੂੰ ਪਤਾ ਕਿੱਥੇ ਦਾ ਕਿੱਥੇ ਬੰਦੇ ਨੂੰ ਪਹੁੰਚਾ ਦਿੰਦਾ। ਅਗਰ ਇਹ ਖੁਦਕੁਸ਼ੀ ਕਰ ਲੈਂਦਾ ਤੇ ਫੇਰ ਵੀ ਕਿੰਨਾ ਘਰਦਿਆਂ ਦਾ ਨੁਕਸਾਨ ਹੋਣਾ ਸੀ, ਮਾਂ-ਬਾਪ ਦਾ। ਇਸ ਵਾਸਤੇ ਇਸ ਤਰ੍ਹਾਂ ਦੇ ਫੈਸਲੇ ਜ਼ਰਾ ਸੋਚ ਸਮਝ ਕੇ ਕਰਨੇ ਚਾਹੀਦੇ ਨੇ, ਖੁਦਕੁਸ਼ੀ ਵੱਲ ਨਹੀਂ ਆਉਣਾ ਚਾਹੀਦਾ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।